ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਰਬਾਣੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਵੇਖਾ ਗੁਰ ਭਾਰੀ। ਅਰਜਨ ਕਾਇਆ ਪਲਕ ਕੇ, ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਬੰਧਨ ਗੁਰ ਸੂਰਮਾ, ਬਨ ਜੋਗਾ ਬਹੁ ਪਰਉਪਕਾਰੀ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜੜਿਆ ਮਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੇ, ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰੀ ਪੀੜੀ ਦੇ ਮਾਲਕ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੇਅੰਤ ਸੰਗਤਾਂ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਮਨਾ ਰਹੀਆਂ। ਸੋ ਰਲ ਮਿਲ ਕੇ ਆਪਾਂ ਵੀ ਥੋੜਾ ਚਿਰ ਗੁਰੂ ਸਾਹਿਬ ਦੇ ਜੀਵਨ ਤੇ ਥੋੜੀ ਝਾਤ ਪਾਈਏ, ਵਿਚਾਰ ਕਰੀਏ ਕਿ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਹੇ ਨੇ। ਭਾਈ ਉਹਨਾਂ ਦੇ ਜੀਵਨ ਤੇ ਥੋੜੀ ਗੱਲਬਾਤ ਆਪਾਂ ਕਰਦੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। 1495 ਦੇ ਵਿੱਚ 1595 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਤੇ ਮਾਤਾ ਗੰਗਾ ਜੀ ਦੀ ਕੁੱਖ
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਪਰਿਵਾਰ ਦੇ ਵਿੱਚ ਪਹਿਲਾਂ ਕੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਨਾ ਪੁੱਤ ਸੀ ਨਾ ਧੀ ਸੀ। ਜਦੋਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਹੋਵੇ ਕਿ ਬੱਚਾ ਨਾ ਹੋਵੇ ਘਰ, ਫਿਰ ਜਿਹੜੇ ਭਰਾ ਹੁੰਦੇ ਨੇ ਉਹ ਕਹਿੰਦੇ ਨੇ ਸਾਡਾ ਹੱਕ ਹੈ। ਜਿੱਦਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ, ਉਹਨਾਂ ਨੇ ਸਮਝਿਆ ਹੁਣ ਸਾਡਾ ਹੀ ਹੱਕ ਹੈ ਸਾਰਾ। ਗੁਰਤਾ ਗੱਦੀ ਵੀ ਇਦੋਂ ਬਾਅਦ ਸਾਨੂੰ ਮਿਲਣੀ ਹੈ, ਕਿਉਂਕਿ ਅਸੀਂ ਵੱਡੇ ਹਾਂ। ਤੇ ਜਿਹੜਾ ਇਹਨਾਂ ਦੇ ਕੋਲ ਜੋ ਵੀ ਹੈ ਉਹ ਸਾਨੂੰ ਮਿਲਣਾ। ਮਾਤਾ ਗੰਗਾ ਜੀ ਦੀਆਂ ਅਰਦਾਸਾਂ ਦੇ ਸਦਕਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ 1595 ਨੂੰ ਗੁਰੂ ਕੀ ਵਡਾਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸਾਖੀਆਂ ਵੀ ਬੜੀਆਂ ਜੁੜੀਆਂ ਨੇ। ਵੀ ਬਾਬਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਖਿਆ ਘਰ ਵਿੱਚ ਪੁੱਤ ਨਹੀਂ, ਤੁਸੀਂ ਕੋਈ ਅਰਦਾਸ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਉਹਨਾਂ ਕੋਲ ਜਾ ਕੇ ਤੁਸੀਂ ਬੇਨਤੀਆਂ ਕਰੋ। ਇਤਿਹਾਸਕਾਰ ਲਿਖਦੇ ਹੈ ਵੀ ਬਾਬਾ ਗੰਗਾ ਜੀ ਆਪਣੇ ਪੂਰੇ ਨੌ ਲਸ਼ਕਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਕੌਣ ਆ ਰਹੇ ਨੇ। ਪਤਾ ਲੱਗਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਗੁਰੂ ਕੇ ਅੰਦਰ ਕਾਹਦੀ ਭੀੜ ਪਏਗੀ। ਇੱਥੋਂ ਸਿਰਫ ਸਾਨੂੰ ਸੇਧ ਲੈਣੀ ਚਾਹੀਦੀ ਹੈ ਵੀ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਣ ਜਾਣਾ, ਕਿਸੇ ਤੋਂ ਕੁਝ ਲੈਣ ਜਾਣਾ, ਉਦੋਂ ਸਾਨੂੰ ਝੋਲੀ ਅੱਡ ਕੇ ਜਾਣਾ ਪੈਣਾ। ਉਦੋਂ ਸਾਨੂੰ ਮੰਗਤੇ ਵਰਗੇ ਜਾਣਾ ਪੈਣਾ ਹੈ। ਰਾਜੇ ਮਹਾਰਾਜੇ ਜਿੱਦਾਂ ਵਰਗੇ ਜੇ ਜਾਵਾਂਗੇ ਤਾਂ ਕਹਿੰਦੇ ਖੈਰ ਨਹੀਂ ਪੈਣੀ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਬੰਦਗੀ ਦੀ ਖੈਰ, ਬੰਦਗੀ ਦੀ ਖੈਰ ਸਾਡੀ ਝੋਲੀ ਚੁਕਾ ਦੇਵਾ। ਜੇ ਕੁਛ ਲੈਣ ਜਾਣਾ ਨੀਵਾਂ ਹੋ ਕੇ ਜਾਣਾ ਪੈਣਾ, ਉੱਚਾ ਨਹੀਂ। ਰਥਾਂ 'ਚ ਬੈਠ ਕੇ ਕੋਈ ਦਾਤਾ ਨਹੀਂ ਕਹਿੰਦੇ ਵਰਿਆ ਕਰ। ਤੇ ਜਦੋਂ ਉੱਥੋਂ ਵਾਪਸ ਆਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ ਜਾਏ, ਕਹਿੰਦੇ ਜਾਏ। ਕਹਿੰਦੇ ਬੜੇ ਹੱਥ ਲੈ ਕੇ ਗਏ। ਏਦਾਂ ਨਹੀਂ ਕਹਿੰਦੇ ਗੱਲ ਬੜਿਆ ਕਰ, ਆਪਣੇ ਮਨ ਨੂੰ ਨੀਵਾਂ ਲੈ ਕੇ ਨੀਵੇਂ ਪੱਧਰ ਤੇ ਲਿਜਾ ਕੇ ਮਨ ਨੂੰ ਫਿਰ ਜਾਣਾ, ਮਤ ਨੂੰ ਉੱਚੇ ਪੱਧਰ ਤੇ ਲੈ ਕੇ ਜਾਣਾ। ਅਸੀਂ ਅਰਦਾਸ 'ਚ ਰੋਜ਼ ਹੀ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ
ਮੱਤ ਉੱਚੀ। ਮਨ ਨੀਵਾਂ ਰੱਖਣਾ, ਮੱਤ ਉੱਚੀ ਰੱਖਣੀ। ਜੇ ਅਸੀਂ ਮੱਤ ਨੀਵੀਂ ਕਰ ਲਈ ਫਿਰ ਸਾਡੇ ਜੀਵਨ ਦਾਗ ਲੱਗਣਗੇ, ਦਾਗ ਲੱਗਣਗੇ। ਕੱਲ ਮੈਂ ਕਿਸੇ ਪੁਲਿਸ ਵਾਲੇ ਦੇ ਪੜ੍ਹ ਰਿਹਾ ਸੀ, ਸੁਣ ਰਿਹਾ ਸੀ ਲੈਕਚਰ। ਉਹਨੇ ਕਿਹਾ ਜੇ ਤੁਹਾਡੇ ਕੋਲ ਪੈਸਾ ਕਿਸੇ ਕਾਰਨਾਂ ਕਰਕੇ ਘਾਟਾ ਪੈ ਗਿਆ, ਕਹਿੰਦੇ ਏਦਾਂ ਦਾ ਸਮਝਿਓ ਵੀ ਬਹੁਤ ਵੱਡਾ ਘਾਟਾ ਪੈ ਗਿਆ, ਕਹਿੰਦੇ ਉਹ ਪੂਰਾ ਹੋ ਸਕਦਾ। ਪਰ ਕਹਿੰਦੇ ਜੇ ਤੁਸੀਂ ਆਪਣੇ ਕਰੈਕਟਰ ਤੋਂ ਗਿਰ ਕੇ ਨਾ, ਆਪਣੇ ਜੀਵਨ ਚੋਂ ਗਿਰ ਕੇ, ਕਰੈਕਟਰ ਇਜ਼ ਲੌਸ, ਐਵਰੀਥਿੰਗ ਇਜ਼ ਲੌਸ। ਕਹਿੰਦੇ ਜੇ ਤੁਸੀਂ ਆਪਣੇ ਕਰੈਕਟਰ ਤੋਂ, ਆਪਣੇ ਜੀਵਨ ਤੋਂ ਡਿੱਗੇ, ਸਮਝ ਲਿਓ ਮੇਰੇ ਕੋਲ ਕੁਝ ਨਹੀਂ ਰਿਹਾ, ਮੈਂ ਖਤਮ ਹੋ ਗਿਆ, ਖਾਲੀ ਹੋ ਗਿਆ। ਆਪਣਾ ਮਨ ਨੀਵਾਂ ਕਰਨਾ, ਮੱਤ ਉੱਚੀ ਰੱਖਣੀ ਹੈ। ਜੇ ਸਾਡੀ ਮੱਤ ਨੀਵੇਂ ਚਲੇ ਗਈ, ਸਾਡੇ ਕੋਲ ਕੱਖ ਨਹੀਂ ਰਹਿਣਾ, ਕੱਖ ਨਹੀਂ ਰਹਿਣਾ। ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਸ਼ਬਦ ਦਿੱਤੇ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਉੱਚਿਆਂ ਉੱਤੇ ਪ੍ਰਵਾਨ ਹੀ ਨਹੀਂ ਕੀਤਾ, ਉੱਚਿਆਂ ਉੱਤੇ ਪ੍ਰਵਾਨ ਹੀ ਨਹੀਂ ਕੀਤਾ। ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਆਸਾ ਦੀ ਵਾਰ ਦੇ ਵਿੱਚ ਹਰ ਰੋਜ਼ ਪੜ੍ਹਦੇ ਸੁਣਦੇ ਆ, ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਵਕ-ਵਕੇ, ਕੰਮ ਨ ਆਵੇ ਪਤ, ਮਿੱਠਤ ਨੀਵੀ ਨਾ ਲਿਖਾ, ਗੁਣ ਚੰਗਿਆਈਆਂ ਤਤ। ਕਹਿੰਦੇ ਸਿੰਬਲ ਦਾ ਦਰਖਤ ਨਾ ਬਹੁਤ ਸੋਹਣਾ ਹੁੰਦਾ, ਬਹੁਤ ਲੰਬਾ ਹੁੰਦਾ, ਸਿੱਧਾ ਹੁੰਦਾ, ਬਿਲਕੁਲ ਸਿੱਧਾ। ਪਰ ਗੁਰੂ ਸਾਹਿਬ ਨੇ ਕਿਹਾ ਇਹਨੂੰ ਸਿੱਧੇ ਨੂੰ ਕੀ ਕਰੀਏ, ਇਹਨੂੰ ਸੋਹਣੇ ਨੂੰ ਕੀ ਕਰੀਏ। ਕਹਿੰਦੇ ਨਾ ਤੇ ਇਹਦੀ ਲੱਕੜ ਕੰਮ ਆਉਂਦੀ ਹੈ, ਨਾ ਇਹਦੇ ਫੁੱਲ ਕੰਮ ਆਉਂਦੇ ਨੇ, ਨਾ ਇਹਦੇ ਪੱਤੇ ਕੰਮ ਆਉਂਦੇ ਨੇ। ਕਹਿੰਦੇ ਫਿਰ ਕੀ ਕਰੀਏ। ਇਨਸਾਨ ਆਪਣੇ ਆਪ ਨੂੰ ਵੱਡਾ ਬਣਾ ਲੇ ਤੇ ਜੇ ਪ੍ਰਵਾਨ ਹੀ ਨਹੀਂ ਹੋਇਆ, ਵੱਡਾ ਬਣਾਏ ਦਾ ਵੀ ਕੀ ਫਾਇਦਾ। ਜੇ ਯੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਰੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਏ ਗਏ, ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ। ਕਹਿੰਦੇ ਤੂੰ ਆਪਣੇ ਆਪ ਨੂੰ ਇੰਨਾ ਵੱਡਾ ਬਣਾ ਲਈ, ਪਰ ਕਹਿੰਦੇ ਜੇ ਗੁਰੂ ਦੇ ਦਰ ਤੇ ਪ੍ਰਵਾਨ ਹੀ ਨਹੀਂ ਹੋਇਆ, ਕੀ ਫਾਇਦਾ। ਕੀ ਫਾਇਦਾ ਜੇ ਪ੍ਰਵਾਨ ਨਹੀਂ ਹੋਇਆ ਗੁਰੂ ਦੇ ਦਰ ਤੇ। ਸਿੰਬਲ ਰੁੱਖ ਸਰਾਇਆ, ਅਤ ਦੀਰਘ ਅਤ ਮੁੱਚ, ਓਏ ਦੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ। ਕਹਿੰਦੇ ਤੋਤੇ ਬੜੇ ਭੱਜ ਭੱਜ ਕੇ ਆਉਂਦੇ ਆ ਉਸ ਦਰਖਤ ਦੇ ਉੱਤੇ, ਵੀ ਇਹਦੇ ਫੁੱਲ ਸੋਹਣੇ ਨੇ, ਇਹਦੇ ਪੱਤੇ ਸੋਹਣੇ ਨੇ, ਇਹ ਦਰਖਤ ਸੋਹਣਾ, ਇਹਦੇ ਤੇ ਚੱਲਦੇ ਆ, ਇੱਥੋਂ ਵਧੀਆ ਵਧੀਆ ਖਾਵਾਂਗੇ। ਕਹਿੰਦੇ ਪਰ ਉਹ ਤੋਤੇ ਜਿਹੜੇ ਸੀ ਨਿਰਾਸੇ ਮੁੜ ਕੇ, ਨਿਰਾਸੇ। ਕਿਉਂ? ਨਾ ਤੇ ਫੁੱਲ ਵਧੀਆ ਲੱਗੇ, ਨਾ ਪੱਤੇ ਵਧੀਆ ਲੱਗੇ, ਖਾਣ ਨੂੰ ਰਸ ਨਹੀਂ ਹੈ ਉਹਨਾਂ ਚ। ਇਨਸਾਨ ਦੀ ਜ਼ਿੰਦਗੀ 'ਚ ਵੀ ਰਸ ਭਰਿਆ ਹੋਵੇ ਤਾਂ ਸੋਹਣਾ ਲੱਗਦਾ ਹੈ। ਜੇ ਰਸ ਨਹੀਂ, ਬੇਰਸਾ ਹੋ ਗਿਆ ਜੀਵਨ, ਉਹਦੇ ਵਿੱਚੋਂ ਫਿਰ
कुछ नहीं हासिल कर सकते। जे बेरसा हो गया, बेरसा नहीं असी रस वाले बन गए। रस वाले कितों बनांगे जब असी गुरु के दर से फरमान होवांगे। फिर माता गंगा जी कहते दुआरे ये साखियां कहते दुआरे गए ऐदा गए जिदा अपने खेतों च बेबियां पहला प्रसादा लेके जाती सी, सिर के उत्ते छापा रोटियां वाला ते हाथ विच लस्सी। फिर गए ते बाबा बुढ़ा साहब जी ने कहते प्रसादा छकिया ते हथेली ते रख के गंढा भलिया, कहते वचन आके मां तेरे घर ऐसा पुत्र जन्म लेना, ऐसे पुत्र ने जन्म लेना जेड़ा जालमा के सिर आ जिदा असी गंढा भलिया ऐदा भर ते बाबा बुढ़ा साहब जी के बचन होए ते अकाल पुरख वाहिगुरू की कृपा हुई ते घर विच पुत होया। जदों घर विच पुत होया खुशियां का माहौल, सारे ने खुशियां मनाइया, पर जो पिरथी चंद से ना पिरथी चंद उन्होंने खुशी नहीं हुई। उन्हें कहा एक शरीक आ गया साडे घर, गद्दी ते असी बैठना से हुण ये बैठणगे, गद्दी रौला पे लड़ाइयां पे गद्दियां दी ने जायदादां दी ने, खुशी नहीं हुई। सारियां नूं खुशियां होईयां पर पिरथी चंद नूं खुशी नहीं हुई। उन्हें एक दाई नूं पैसे दिते भी तू अपने अस्त्रों के नाल जहर ला ले ते हर गोबिंद उन्होंने दुध पिलाउणा है, उन्होंने दुध पीते हुए जहर चढ़ जूगी, जहर चढ़न के कारण उन्होंने मौत हो जानी है। साडे जिहड़ी गुरता गद्दी सानू मिलनी है वो सानू मिल सके। इस तरह ही किता दाई ने, उन्हें अपने अस्त्रों से जहर ला लिया, वो जहर अस्त्रों के राही उहदे शरीर नूं चढ़ गया, उहदे शरीर नूं जहर चढ़ गया, उहदी मौत हो गई। मौत हो इदा दे बहुत कौतक होए ते गुरु हरगोबिंद साहब महाराज जी नूं मारन दी कोशिशां जारी रही, पर कहते जिसका साहिब डाटा होए तिसनों मार न सकै होए। उन्होंने नहीं कोई मार सकता जिहदा साहिब डाटा बड़ा है। ते गुरु हरगोबिंद साहब महाराज वड्डे हो रहे ने, उन्होंने कहा ये गद्दी किवें ना किवें सानू मिल जे, जहांगीर के नाल रह के गुरु अर्जन देव महाराज जी नूं लाहौर तत्ती तवी ते बिठा के शहीद किया गया। उदों उम्र सी गुरु हरगोबिंद साहब महाराज जी की 11 साल की उम्र सी, 11 साल। ते गुरु अर्जन देव महाराज जी ने कहा मेरे पुत्र नूं तुसीं गुरता गद्दी ते विराजमान कर दिओ। 11 साल की उम्र, 11 साल की उम्र
साल की उम्र के विच गुरु हरगोबिंद साहब महाराज गुरता गद्दी ते विराजमान होए। सब तो छोटी उम्र पहले गुरु बने, क्योंकि उस तो बाद फिर 8वें पातशाह फिर वो 5 साल की उम्र गुरता गद्दी ते विराजमान हो गए। 5 साल की उम्र फिर उन्होंने तो अगे चल के 9वें पातशाह गुरु तेग बहादुर साहब महाराज जी ने जिगर के टोटे गुरु गोबिंद सिंह महाराज वो फिर पौने 9 साल की उम्र के विच गुरता गद्दी ते विराजमान हुए। ते गुरु हरगोबिंद साहब महाराज जिन्हों ने बाबत भाई गुरदास साहब जी ने लिखिया, की लिखिया उन्होंने, कहते 5 प्याले 5 पीर छठम पीर बैठा गुर भारी। 5 प्याले किहड़े ने जी? 5 प्याले दया धर्म सत संतोख, ये 5 प्याले दया धर्म संतोख। 5 प्याले 5 पीर। 5 पीर किहड़े ने? गुरु नानक देव महाराज, गुरु अंगद देव महाराज, गुरु अमरदास महाराज, गुरु रामदास महाराज, गुरु अर्जन देव महाराज। 5 प्याले 5 पीर। 5 पीर ने 5 प्याले 5 पीर। छठम पीर बैठा गुर भारी। हुण 6वें पातशाह 6वां पीर इस गुरता गद्दी ते विराजमान होए। छठम पीर बैठा गुर भारी। 10 गुरु साहिबाना दे विचों गुरु हरगोबिंद साहब महाराज शरीर करके बहुत तकड़े से, बहुत तकड़े से, लंबा कद, भारी शरीर, नरोए शरीर करके, जिन्होंने बाबत भाई गुरदास जी ने लिखे। 5 प्याले 5 पीर। छठम पीर बैठा गुर भारी। अर्जन काया पलट के मूरत हरगोबिंद सवारी। शरीर बदल लिया गुरु अर्जन देव महाराज जी ने। जो जुगत साए सहकाया फेर पलटी है। जोत उही चलती रही, जोत नहीं बदली, जोत उही चलती रही। पहला गुरु नानक देव महाराज जी ने विच उही जोत काम करती रही, ते फिर उही जोत गुरु अंगद देव महाराज जी ने विच काम करती रही। उही जोत फिर गुरु अमरदास महाराज जी ने विच काम करती रही। उही जोत गुरु रामदास महाराज जी ने काम करती रही। उही जोत गुरु अर्जन देव महाराज जी ने काम करती रही। उही जोत गुरु हरगोबिंद साहब महाराज जी काम करती। उही है जोत जुगत सारे सहकाया फेर पलटी है। जोत नहीं बदली, शरीर बदले ने। शरीर बदलते रहे, शरीर बदलते रहे, कामकार करने का तरीका बदलता रहा, पर सोच इको सी। समय के नाल काम करने का तरीका बदलता रहा, पर सोच जी सी, सोच उही सी, कोई सोच सी, सोच नहीं बदली। सोच गुरु नानक देव महाराज जी ने भी उही सी।
ਤੇ ਸੋਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਉਹੀ ਸੀ ਤੇ ਸੋਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਵੀ ਉਹੀ ਸੀ। ਕਈਆਂ ਨੇ ਕਿਹਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਪਵਾਇਆ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਲਹਿਰ ਨਹੀਂ ਦਿੱਤਾ। ਉਹਦੇ ਪਾਉਣ ਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨੇਊ ਪਾਇਆ ਜਾ ਰਿਹਾ ਸੀ ਨਾ, ਉਦੋਂ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਅਸੀਂ ਜਨੇਊ ਨਹੀਂ ਪਵਾਉਣਾ। ਜੇ ਜਨੇਊ ਪਾਉਣਾ ਹੈ ਤਾਂ ਅਸੀਂ ਇਹ ਜਨੇਊ ਨਹੀਂ ਪਾਉਣਾ। ਜੇ ਸਾਡੇ ਜਨੇਊ ਪਾਉਣਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਤ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਕਹਿੰਦੇ ਜੇ ਇਸ ਤਰ੍ਹਾਂ ਦਾ ਦਇਆ ਧਰਮ ਸਤ ਸੰਤੋਖ ਇਹ ਤੇਰੇ ਕੋਲ ਹੈ ਤਾਂ ਇਹਦਾ ਜਨੇਊ ਪਾ ਦੇ ਮੈਨੂੰ। ਪਾਉਂਦੇ ਲੋਕ ਉਹ ਆਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਜਨੇਊ ਲਹਿਰ ਨਹੀਂ ਦਿੱਤਾ। ਫਿਰ ਕੀ ਹੋਇਆ? ਲੋਕਾਂ ਨੇ ਕਿਹਾ ਕਿ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਚ ਹੋਰ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੋਚ ਹੋਰ ਹੈ। ਨਹੀਂ ਭਾਈ, ਉਦੋਂ ਪਾਉਣ ਤੇ ਧੱਕਾ ਹੋ ਰਿਹਾ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਇਆ ਜਾ ਰਿਹਾ ਸੀ, ਉਦੋਂ ਜਨੇਊ ਪਾਉਣ ਤੇ ਧੱਕਾ ਹੋ ਰਿਹਾ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਦੋਂ ਹਿੰਦੂਆਂ ਦੇ ਧੱਕੇ ਨਾਲ ਜਨੇਊ ਲਾਹਿਆ ਜਾ ਰਿਹਾ ਸੀ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਜਨੇਊ ਪਵਾਇਆ ਨਹੀਂ ਤੇ ਉਹਨਾਂ ਨੇ ਲਹਿਰ ਨਹੀਂ ਦਿੱਤਾ। ਗੱਲ ਦੋਨੇ ਭਾਵੇਂ ਧੱਕੇ ਨਹੀਂ ਸੀ। ਉਦੋਂ ਧੱਕੇ ਨਾਲ ਪਾਇਆ ਜਾ ਰਿਹਾ ਸੀ ਤੇ ਉਦੋਂ ਧੱਕੇ ਨਾਲ ਲਾਹਿਆ ਜਾ ਰਿਹਾ ਸੀ। ਤੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਆ, ਉਦੋਂ ਜਿੱਦਾਂ ਦਾ ਸਮਾਂ ਸੀ ਉਹ ਸਮੇਂ ਦੇ ਹਿਸਾਬ ਦੇ ਨਾਲ ਪੈਦਲ ਚੱਲਦੇ ਰਹੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਆਇਆ ਉਦੋਂ ਫਿਰ ਉਹ ਘੋੜਿਆਂ ਤੇ ਚੱਲਦੇ ਰਹੇ। ਵਿਚਾਰ ਇੱਕੋ ਹੈ, ਵਿਚਾਰ ਚ ਨਹੀਂ ਫਰਕ। ਪਹਿਲਾਂ ਅਸੀਂ ਸਾਈਕਲਾਂ ਤੇ ਰਹੇ, ਫਿਰ ਮੋਟਰਸਾਈਕਲਾਂ ਤੇ ਆ ਗਏ, ਅੱਜ ਵੱਡੀਆਂ ਵੱਡੀਆਂ ਗੱਡੀਆਂ ਲਈ ਸਮਾਂ ਬਦਲਿਆ। ਪਰ ਸਾਡੀ ਸਮੇਂ ਦੇ ਨਾਲ ਸੋਚ ਵੀ ਬਦਲ ਗਈ, ਪਰ ਗੁਰੂ ਸਾਹਿਬ ਦੀ ਸੋਚ ਨਹੀਂ ਬਦਲੀ। ਸੋਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੀ ਉਹੀ ਤੇ ਸੋਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਉਹੀ। ਅਸੀਂ ਸਮੇਂ ਦੇ ਨਾਲ ਆਪਣੀ ਸੋਚ ਵੀ ਬਦਲਦੇ ਹਾਂ, ਅਸੀਂ ਨੀਵੇਂ ਪੱਧਰ ਤੇ ਵੀ ਜਾਂਦੇ ਹਾਂ, ਪਰ ਗੁਰੂ ਸਾਹਿਬ ਉਹਨਾਂ ਨੇ ਆਪਣੇ ਮਨ ਨੂੰ ਨੀਵਾਂ ਰੱਖਿਆ ਤੇ ਮੱਤ ਬਹੁਤ ਉੱਚੇ ਤੱਕ ਲੈ ਕੇ ਗਏ। ਮਨ ਨੀਵਾਂ ਕਿਵੇਂ ਰੱਖਿਆ? ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਬਚਨ ਆਉਂਦੇ ਨੇ, ਮੈਂ ਗੋਰਖ ਕੀ ਕੇਤਕ ਵਾਪ ਹੈ ਕੋਟ ਪਰਾਤੇ ਤਰਿਆ ਰੇ। ਨੀਵੇਂ ਮਨ ਨੂੰ ਨੀਵਾਂ ਲਿਆ ਕੇ ਮੈਂ ਗੋਰਖ ਕੀ ਕੇਤਕ ਵਾਪ ਹੈ, ਗੁਰੂ ਸਾਹਿਬ ਨੇ ਕਿਹਾ। ਮਨ ਨੀਵਾਂ ਰੱਖਿਆ ਤੇ ਮੱਤ ਬਹੁਤ ਉੱਚੀ ਲੈ ਕੇ ਗਏ ਗੁਰੂ ਸਾਹਿਬ। ਮਨ ਨਹੀਂ ਉੱਚਾ ਚੁੱਕਿਆ,
मन नीवा रखिया, टकाच रखिया ते मत बहुत उच्ची लैके गए। मत बहुत उच्ची लैके गए। पंज प्याले पंज पीर, छठम पीर बैठा गुर भारी। अर्जन काया पलट कै मूरत हर गोबिंद सवारी। चली पीढ़ी सोटियां रूप दिखावन बारो बारी। चली पीढ़ी सोटियां दी जिहड़ी पीढ़ी सी वंश उन्हां दी चलदी आ रही सी। चली पीढ़ी सोटियां रूप दिखावन बारो बारी। बारो बारी रूप बदल के वो आउंदे रहे गुरु साहिब। दल भंजन गुरु सूरमा, बड़ जोधा बहु परोपकारी। दल भंजन, दलां नूं भंजन, दलां नूं तोड़न वाले, दलां नूं भंनण वाले सूरमे। सूरमे असीं कहते हैं भी गुरु साहब ने 4 जंगां लड़ियां। गुरु गोबिंद सिंह महाराज जी ने 14 जंगां लड़ियां। जंगां नहीं लड़ी। जंग वो होती है जदों कहा जाता है जंग लगनी। एक चढ़ के आए गुरु साहब से। गुरु गोबिंद सिंह महाराज ने 14 चढ़ के आए, पर 14 कोई किसी को नहीं जान दिता है। जो चढ़ के आ गए कहते चाह पानी के छकौने करने। इस तरह ही गुरु हरगोबिंद साहब महाराज कहते चढ़ के आए। दल भंजन गुर सूरमा, दलां नूं भंनण वाला बड़ा सूरमा, बड़ा योधा, बड़ा महाबली। दल भंजन गुर सूरमा, बहुत बड़ योधा, बहुत परोपकारी, बहुत परोपकार। परोपकार ते जदों 11 साल की उम्र दे विच गुरता गद्दी का तिलक देण लगे ने ना। कई कहते जी बाबा बुढ़ा साहब जी ने जदों पहनाई तलवार, वो कहते पुठे पासे पै गई ते गुरु साहब कहते एक होर पा दो। नहीं, गुरु साहब ने कहा से वे मेरी ते पीरी दोनों कायम रखनिया ने। हुण कल्ली नाल गल नहीं बननी, कल्ले पीरी नाल गल नहीं बननी, नाल पीरी भी चाहिए है। कल्ला संत बन के काम नहीं करना, नाल सिपाही भी चाहिए। गुरु हरगोबिंद साहब महाराज ने कहा 2 तलवारां बत्तियां, एक मीर दी, एक पीर दी, एक अजमत दी कराची करे वजीर दी। पग तेरी की जहांगीर। ते गुरु हरगोबिंद साहब महाराज जी ने 2 तलवारां धारण की, एक मेरी दी, एक पीरी दी। मेरी राजनीति ते पीरी धर्म दी। जदों असीं दरबार साहब जाते हैं तो मत्था टेकन, उत्थे 2 निशान साहब लगे हुए। एक निशान साहब थोड़ा छोटा है, एक निशान साहब बड़ा है। जेड़ा निशान साहब दरबार साहब वाले पासे है वो वड्डा है, ते जेड़ा अकाल तख्त साहब वाले पासे है वो छोटा है। ते गुरु हरगोबिंद साहब महाराज ने
अकाल का तख्त बनाया। अकाल का तख्त, जिथे अकाल की गल होनी है वो किसी बंदे की नहीं होनी, अकाल की गल। पर अज वरतिया चाहे इस ढंग नाल जांदा होवे, अकाल तख्त नूं चाहे किस तरह ही वरतिया जांदा होवे, पर गुरु साहब ने कहा सी ये अकाल का तख्त है। अज उतों हुक्मनामे भी किसी के दबाव हेठ जारी होंगे, किसी के दबाव हेठ। पहला हुक्मनामा जारी किया जाता, फिर वापस भी लिया जाता, फिर वापस भी लिया जाता। अकाल तख्त को जो हुक्मनामा जारी हो जाए फिर वो वापस, जे वापस आता है फिर समझांगे इत्थे दे सिस्टम दे विच घाटा नहीं, सिस्टम दे विच घाटा नहीं। ते गुरु साहब ने, गुरु हरगोबिंद साहब महाराज ने अकाल तख्त बनाया। अकाल तख्त जिन्हों बाबा बुढ़ा साहब ते भाई गुरदास साहब ते गुरु हरगोबिंद साहब महाराज उन्होंने तिन्ना ने महान हस्तियां ने उन्होंने मिलके बनाया, मिलके बनाया। ये सानू मीरी भी चाहिए, पीरी भी चाहिए। पीरी भाव के संत ते मीरी भाव राजनीति। राजा अजय सिंह ने राजनीति के धर्म नो गुरु साहब ने कहते नाल नाल चलणगे, नाल नाल चलणगे, पर साडे ते अज इन्ना गिरावट आ गई, इन्नी गिरावट आ गई भी इस धर्म नो पैरों च रख लिया ते राजनीति नूं सिर दा ताज बना लिया। साडे सिर दा ताज होना चाहिए सी धर्म, ते साडे पैर तो होनी चाहिए सी राजनीति। उल्ट हो गया काम, उल्ट हो गया। उल्ट नहीं करना चाहिए, गुरु साहब के सिद्धांतां ते करना चाहिए। गुरु साहब के सिद्धांत की, सिद्धांत की राजनीति होनी चाहिए है, राजनीति होनी चाहिए, पर धर्म भी साडे कोल होना चाहिए। धर्म जो असीं मुख रखीए, राजनीति को दूजे नंबर पे रखीए, दूजे नंबर पे फिर ज्यादा गल। गुरु साहब ने अकाल तख्त साहब बनाया, दो तलवारां बनिया ते दो निशान साहब लाए, दो निशान साहब लाए। जेड़ा अकाल तख्त साहब वाले पासे निशान साहब वो छोटा है, ते जेड़ा दरबार साहब वाले पासे निशान साहब वो बड़े, वो बड़े। पंज प्याले पंज पीर, छठम पीर बैठा गुर धारे, अर्जन काया पलट कै मूरत हरगोबिंद सवारे। चली पीढ़ी सोटियां रूप दिखावन, बारन बारे दल भंजन गुर सूरगा। बट जोधा बहु परोपकारी, पुछन सिख अरदास कर। छे महला तक दर्श निहार। सिखा ने पूछा सच्चे पातशाह भाई गुरदास साहब किवें लिखिया अपनी वारां च। भाई गुरदास साहब जी उन्होंने लिखिया अपनी वारां दे विच कि पुछन सिख अरदास कर।
ਪੁੱਛਿਆ ਸੱਚੇ ਪਾਤਸ਼ਾਹ 6 ਮਹਿਲਾਂ ਤੱਕ ਨਰਸ ਨਿਹਾਰੇ ਵੀ 6 ਗੁਰੂ ਸਾਹਿਬਾਨ ਦੇ ਅਸੀਂ ਦਰਸ਼ਨ ਕਰ ਲਏ। ਪਹਿਲੇ ਗੁਰੂ, ਦੂਜੇ ਗੁਰੂ, ਤੀਜੇ ਗੁਰੂ, ਚੌਥੇ ਗੁਰੂ, ਪੰਜਵੇਂ ਗੁਰੂ, ਛੇਵੇਂ ਗੁਰੂ, ਤੇ ਸਾਨੂੰ ਸਰੀਰ ਕਰਕੇ ਕਿੰਨੇ ਗੁਰੂ ਆਉਣਗੇ, ਸਰੀਰ ਕਰਕੇ ਕਿੰਨੇ ਗੁਰੂ ਆਉਣਗੇ, ਇਹ ਸਾਨੂੰ ਦੱਸਿਓ ਸੱਚੇ ਪਾਤਸ਼ਾਹ ਜੀ। ਇਹਦੇ ਬਾਰੇ ਚਾਨਣਾ ਪਾਇਓ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਪੁੱਛਣ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਰੇ ਕਿ 6 ਗੁਰੂ ਸਾਹਿਬਾਨ ਤੱਕ ਅਸੀਂ ਨੇ ਦਰਸ਼ਨ ਕਰ ਲਏ। ਹੁਣ ਕਹਿਣਗੇ ਕਿ ਸਰੀਰ ਕਰਕੇ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗੰਮ ਅਗੋਚਰ, ਅਗੰਮ ਜਿੱਥੇ ਤੱਕ ਪਹੁੰਚ ਨਹੀਂ ਹੁੰਦੀ, ਉਹ ਅਪਹੁੰਚ ਗੁਰੂ ਉਹਨਾਂ ਨੇ ਫਿਰ ਦੱਸਿਆ। ਕੀ ਕਿਹਾ? ਆਖਿਆ ਕਲਯੁਗ ਪੀੜੀ ਸੋਢੀਆਂ, ਕਲਯੁਗ ਪੀੜੀ ਸੋਢੀਆਂ ਨਿਰਜਲ ਨੀਲ ਉਸਾਰ ਫਲਾਰੀ। ਕਹਿੰਦੇ ਇਹ ਜਿਹੜੀ ਨਾ ਸੋਢੀਆਂ ਦੀ ਹੀ ਚੱਲਣੀ ਹੈ ਬਾਦਸ਼ਾਹ, ਸੋਢੀਆਂ ਕਲਯੁਗ ਪੀੜੀ ਸੋਢੀਆਂ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਜੁਗ, ਜੁਗ ਜੁਗ ਦਾ ਭਾਵ 2 + 2 4 ਕਿ 4 ਗੁਰੂ ਸਾਹਿਬ ਅਜੇ ਸਰੀਰ ਕਰਕੇ ਹੋਰ ਆਉਣੇ ਆ ਭਾਈ। 4 ਸਰੀਰ ਕਰਕੇ ਗੁਰੂ ਸਾਹਿਬ ਆਉਣੇ ਆ ਜੀ। ਗੁਰੂ ਸਾਹਿਬ ਸੰਗਤਾਂ ਨੂੰ ਦੱਸ ਕੇ ਗਏ, ਭਾਵ ਕਿ ਭਾਈ ਗੁਰਦਾਸ ਜੀ ਨੇ ਵਾਰ ਲਿਖੀਏ ਕਹਿੰਦੇ 4 ਗੁਰੂ ਸਾਹਿਬ ਸਰੀਰ ਕਰਕੇ ਆਉਣਗੇ। ਫਿਰ ਕਿਤੇ ਜਾ ਕੇ ਸ਼ਬਦ ਨੂੰ ਗੁਰੂ ਅਸੀਂ ਕਵਾਂਗੇ। ਅਜੇ ਤੇ ਚੱਲਣੀ ਹੈ ਇਹ ਗੱਲ, ਅਜੇ ਤੇ ਚੱਲਣਾ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਕਿੰਨਾ ਸੋਹਣਾ ਸ਼ਬਦ ਦਿੱਤਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਸ਼ੁਰੂ ਕੀਤੀ। ਢਾਡੀ ਲੱਖਾ ਤੇ ਅਬਦੁੱਲਾ ਉਹਨਾਂ ਨੇ ਪਹਿਲੀ ਵਾਰੀ ਉੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਸਾਹਮਣੇ ਉੱਥੇ ਵਾਰਾਂ ਕਰਨੀਆਂ। ਉਹਨਾਂ ਨੇ ਵਾਰ ਗਾਈ ਸੀ 2 ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਤੇ ਜਹਾਂਗੀਰ ਆਪਣੇ ਆਪ ਨੂੰ ਬਹੁਤ ਵੱਡਾ ਕਹਾਉਂਦਾ ਸੀ। ਪੱਗ ਤੇਰੀ ਕੀ ਜਹਾਂਗੀਰ ਦੀ, ਉਹਨਾਂ ਨੇ ਕਿਹਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ, ਚਾਹੇ ਉਹਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ, ਪਰ ਸਾਡੇ ਗੁਰੂ ਨੇ 6ਵੇਂ ਪਾਤਸ਼ਾਹ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ। ਸਾਡੇ ਗੁਰੂ ਨੇ, ਉਹਨਾਂ ਦੇ ਵਚਨ ਸਾਡੇ ਲਈ ਗੁਰਬਾਣੀ ਨੇ। ਗੁਰੂ ਹਰਿਕ੍ਰਿਸ਼ਨ ਮਹਾਰਾਜ ਉਹਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ। ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਬਾਣੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ। ਪਹਿਲੇ 5 ਗੁਰੂ
ਉਹਨਾਂ ਦੀ ਬਾਣੀ ਦਰਜ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੀ ਬਾਣੀ ਦਰਜ ਹੈ। ਪਰ ਜਿਨ੍ਹਾਂ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ, ਅਸੀਂ ਉਹਨਾਂ ਦੇ ਵਚਨਾਂ ਨੂੰ ਵੀ ਗੁਰਬਾਣੀ ਹੀ ਮੰਨਦੇ ਹਾਂ ਜੋ ਉਹਨਾਂ ਦੇ ਵਚਨ, ਜੋ ਉਹਨਾਂ ਦੇ ਹਿਰਦੇ ਤੋਂ ਆਏ ਹੋਏ ਵਚਨ। ਤੇ ਅੱਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ, ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਮਨਾ ਰਹੀਆਂ ਨੇ। ਆਪਾਂ ਵੀ ਉਪਰਾਲਾ ਕੀਤਾ ਵੀ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਤੇ ਥੋੜੀ ਝਾਕ, ਜਿੰਨੇ ਕੁ ਗੁਰੂ ਸਾਹਿਬ ਨੇ ਮੱਤ ਬਖਸ਼ੀ, ਬੁੱਧੀ ਬਖਸ਼ੀ, ਉਹਦੇ ਹਿਸਾਬ ਦੇ ਨਾਲ ਅਸੀਂ ਗੱਲ ਕਰਾਂਗੇ। ਕਿਉਂਕਿ ਇਹ ਬੁੱਧੀ ਜਿਹੜੀ ਹੈ ਇਹ ਅਗੰਮ ਅਗੋਚਰ ਸਤਿਗੁਰੂ, ਉਹਨਾਂ ਨੂੰ ਸਮਝ ਥੋੜਾ ਸਕੋਗੇ। ਇਹ ਬੁੱਧੀ ਗੁਰੂ ਸਾਹਿਬ ਨੂੰ ਸਮਝ ਨਹੀਂ ਸਕਦੀ। ਠੀਕ ਹੈ ਵੀ ਜੋ ਗੁਰੂ ਸਾਹਿਬ ਨੇ ਕਿਹਾ ਉਹ ਉਹਨਾਂ ਦੇ ਵਚਨਾਂ ਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰੀਏ, ਉਹਨਾਂ ਵਚਨਾਂ ਤੇ ਚੱਲਣ ਦਾ ਅਸੀਂ ਯਤਨ ਕਰੀਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜੜਿਆ ਮਾਏ। ਉਹ ਮਾਂ ਵੀ ਧੰਨ ਹੈ ਮਾਤਾ ਗੰਗਾ ਜੀ, ਜਿਹਨਾਂ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਹ ਪਿਤਾ ਵੀ ਧੰਨ ਹੈ, ਗੁਰੂ ਅਰਜਨ ਦੇਵ ਮਹਾਰਾਜ ਪਿਤਾ ਵੀ ਧੰਨ ਹੈ, ਜਿਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਪੁੱਤ ਜਨਮਿਆ। ਉਹ ਕੁਲ ਵੀ ਧੰਨ ਹੈ, ਜਿਹੜੀ ਕੁਲ ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤੇ ਅਸੀਂ ਵੀ ਆਪਣੇ ਆਪ ਨੂੰ ਧੰਨ ਕਹੀਏ ਵੀ ਅਸੀਂ ਵੀ ਉਸ ਗੁਰੂ ਦੇ ਲੜ ਲੱਗੇ ਆ, ਜਿਹੜੇ ਗੁਰੂ ਦੇ ਬਾਬਤ ਕਿਹਾ ਧੰਨ। ਅਸੀਂ ਵੀ ਉਸ ਗੁਰੂ ਦੇ ਲੜ ਲੱਗੇ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੇਅੰਤ ਸੰਗਤਾਂ ਮਨਾ ਰਹੀਆਂ ਨੇ। ਪਰ ਅਸੀਂ ਆਪਣੇ ਆਪ ਨੂੰ ਨਾ ਨੀਵਾਂ ਨਾ ਲੈ ਕੇ ਜਾਈਏ, ਆਪਣੇ ਆਪ ਨੂੰ ਅਸੀਂ ਗੁਰੂ ਸਾਹਿਬ ਦੇ ਵਚਨਾਂ ਨੂੰ ਪੜ੍ਹ ਕੇ ਉੱਚਾ ਲੈ ਕੇ ਜਾਈਏ, ਮੱਤ ਨੂੰ ਬਹੁਤ ਉੱਚੀ ਲੈ ਕੇ ਜਾਈਏ। ਮੱਤ ਨੀਵੀਂ ਨਹੀਂ ਹੋਣੀ ਚਾਹੀਦੀ। ਸਿੰਬਲ ਰੁਕਨ ਸਰਾਏ ਰਾਤ ਦੀਨ ਵਿਆਤ ਮੁੱਚ, ਉਹਦੇ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ, ਹਰ ਫਿੱਕੇ ਫੁੱਲ ਵਰਤ ਵਰਗੇ ਕੰਮ ਨਾ ਆਵੇ ਪੱਤ, ਮਿੱਠਤ ਨੀਵੀਂ ਨਾਨਕਾ ਗੁਰ ਚੰਗਿਆਈਆਂ ਤਤ। ਗੁਰ ਭਰੀਏ ਅਸੀਂ ਆਪਣੇ ਆਪ ਦੀ ਬੋਲ। ਤੇ ਗੁਰੂ ਸਾਹਿਬ ਕਹਿੰਦੇ ਭਾਈ ਮੱਤ ਨੂੰ ਉੱਚੀ ਲੈ ਕੇ ਜਾਇਓ। ਇਹ ਤੁਸੀਂ ਆਪਣੇ ਮਨ ਨੂੰ ਉੱਚਾ ਲੈ ਗਏ ਨਾ, ਮਨ ਨੂੰ ਉੱਚਾ ਲੈ ਗਏ, ਕਹਿੰਦੇ ਗਿਣਤੀ ਚ ਨਹੀਂ ਆਓਗੇ, ਗਿਣਤੀ ਤੋਂ ਬਾਹਰ ਹੋ ਜਾਓਗੇ। ਜੇ ਆਪਣੇ ਮਨ ਨੂੰ ਉੱਚਾ ਲੈ ਗਏ, ਗਿਣਤੀ ਤੋਂ ਬਾਹਰ ਹੋ ਜਾਓਗੇ। ਆਪਣੀ ਮੱਤ ਨੂੰ ਉੱਚਾ ਲੈ ਕੇ ਜਾਇਓ, ਗਿਣਤੀ ਚ ਆ ਜਾਓਗੇ। ਗਿਣਤੀ ਚ ਜੇ ਅਸੀਂ ਗੁਰੂ ਸਾਹਿਬ ਦੇ ਗਿਣਤੀ ਚ ਖੜਨਾ ਹੈ ਨਾ, ਜੇ ਗੁਰੂ ਸਾਹਿਬ ਦੀ ਗਿਣਤੀ ਚ ਖੜਨਾ ਹੈ ਤਾਂ ਅਸੀਂ ਆਪਣੀ ਮੱਤ ਨੂੰ ਉੱਚਾ ਕਰ ਲਈਏ, ਮੱਤ ਨੂੰ ਉੱਚਾ ਕਰ ਲਈਏ। ਅਸੀਂ ਉਸ ਗਿਣਤੀ ਚ ਆ ਜਾਵਾਂਗੇ। ਗਿਣਤੀ ਚ ਆਉਣ ਵਾਸਤੇ ਗੁਰੂ ਸਾਹਿਬ ਦੇ ਕਹੇ ਤੇ ਚੱਲਣਾ ਪੈਣਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਵੀ ਇੱਕ ਚਿੜੀ ਚੁੰਝ ਭਰ ਕੇ ਪਾਣੀ ਲਈ ਇੱਕ ਜੰਗਲ ਨੂੰ ਲੱਗੀ ਹੋਈ ਅੱਗ, ਉੱਥੇ ਪਾਣੀ ਡੇਗਦੀ ਹੈ ਲਿਜਾ ਕੇ ਚੁੰਝ ਭਰ ਕੇ। ਕਿਸੇ ਨੇ ਕਿਹਾ ਚਿੜੀਏ ਤੇਰੀ ਛੋਟੀ ਜਿਹੀ ਚੁੰਝਾ 2 ਬੂੰਦਾਂ ਪਾਣੀ ਦੀਆਂ ਚ ਡਿੱਗਦੀਆਂ ਨੇ, 2 ਬੂੰਦਾਂ, ਇਹਦੇ ਨਾਲ ਆ ਜੰਗਲ ਦੀ ਅੱਗ ਨਹੀਂ ਬੁਝਣੀ। ਉਹ ਚਿੜੀ ਨੇ ਕਿਹਾ ਮੈਨੂੰ ਵੀ ਪਤਾ ਹੈ ਵੀ ਇਹ ਅੱਗ ਨਹੀਂ ਬੁਝਣੀ, ਮੈਨੂੰ ਪਤਾ ਹੈ ਖੁਦ ਵੀ ਇਹ ਜੰਗਲ ਦੀ ਅੱਗ ਭਿਆਨਕ ਹੈ, ਨਹੀਂ ਬੁਝਣੀ। ਕਹਿੰਦੇ ਫਿਰ ਕਿਉਂ ਆਪਣੇ ਆਪ ਨੂੰ ਤੰਗ ਕਰਦੀ ਹੈ, ਬੜੀ ਦੂਰ ਜਾਂਦੀ ਹੈ, ਪਾਣੀ ਭਰ ਕੇ ਲਿਆਉਣੀ ਹੈ,
कहते एक दिन लैना दो लगन, एक अग बुझाने वाले की, एक अग लाने वाले की। कहते मैं अग बुझाने वाले की लैन खड़ा। जे असी अपने मन को उच्चा लै गए ना, मन को उच्चा, तो उधरले पासे खड़ा के जिधर गिणती नहीं होनी। जे असी अपनी मत को उच्ची ले गए, मत उच्ची कर लीजिए, असी वो लैन खड़ा गए जिस गिणती होनी। असी हथ च माला पाने, गल च माला पाने, जी हथ च माला पाई जाती है वो सिमरना कहा जाता है। वो 28 मणकियां का होता है, जी गल च पाई जाती है 128 मणकियां की होती है। ਉਹਦੇ ਵਿੱਚ ਇੱਕ ਮਣਕਾ ਵੱਡਾ ਹੁੰਦਾ ਹੈ, ਉਹਨੂੰ ਮੇਰੂ ਕਹਿੰਦੇ ਆ। ਤੇ ਭਾਈ ਗੁਰਦਾਸ ਜੀ ਨੇ ਕਿਹਾ ਜੈਸੇ ਮਾਲਾ ਮੇਰ ਕੋਇਤ ਸਭ ਉੱਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਵਧਾਈ ਕਰੀ। ਕਹਿੰਦੇ ਜਦੋਂ ਉਹਨੂੰ ਅਸੀਂ ਮਾਲਾ ਨੂੰ ਫੇਰਦੇ ਆ ਨਾ, ਕਈ ਤੇ ਐ ਕਰਕੇ ਫਟਾਫਟ ਲੰਘਾ ਦਿੰਦੇ ਨੇ ਉਹਨੂੰ। ਕਹਿੰਦੇ ਇਸ ਤਰ੍ਹਾਂ ਥੋੜਾ, ਜੇ ਮਾਲਾ ਫੇਰਨੀ ਹੈ ਇੱਕ ਮਣਕੇ ਨੂੰ ਹੱਥ ਪਾਇਆ, ਅਸੀਂ ਪੜ੍ਹਦੇ ਮੂਲ ਮੰਤਰ, ਉਹਨੂੰ ਗਾਹਾਂ ਲਗਾਇਆ, ਫਿਰ ਦੂਜਾ ਮਣਕਾ ਲੈ ਕੇ ਆਏ, ਫਿਰ ਮੂਲ ਮੰਤਰ ਪੜ੍ਹਨਾ। ਅਸੀਂ ਤੇ ਮੂੰਹ 'ਚ ਕੁਝ ਬੋਲਣਾ ਨਹੀਂ, ਬਸ ਗੂਠੇ ਨਾਲ ਗਾਹਾਂ, ਉਹਦੇ ਨਾਲ ਕਹਿੰਦੇ ਕੋਈ ਨਹੀਂ ਹੋਣਾ। ਮਨ ਨਹੀਂ ਟਿਕਣਾ, ਮਨ ਟਿਕਾਉਣ ਵਾਸਤੇ ਇੱਕ ਮਣਕਾ ਅੱਗੇ ਤੇ ਉਹਨੂੰ ਅਸੀਂ ਨੇ ਮੂਲ ਮੰਤਰ ਦਾ ਜਾਪ ਕਰਕੇ ਅੱਗੇ ਲੈ ਕੇ ਜਾਣਾ। ਪਰ ਕਹਿੰਦੇ ਜਿਹੜਾ ਮੇਰੂ ਹੁੰਦਾ ਨਾ, ਵੱਡਾ ਮਣਕਾ ਹੁੰਦਾ, ਜਦੋਂ ਉਹ ਆ ਜਾਂਦਾ ਉੱਥੇ ਫਿਰ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ, ਉਹਨੂੰ ਇਸੇ ਤਰ੍ਹਾਂ ਅੱਗੇ ਲਗਾ ਦਿੱਤਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹਨੂੰ ਤਾਂ ਲਗਾਇਆ ਵੀ ਆਪਣੇ ਆਪ ਨੂੰ ਵੱਡਾ ਕਮਾਉਣਾ ਸੀ, ਵੀ ਮੈਂ ਆਹ ਸਾਰੀ ਮਾਲਾ ਚੋਂ ਮੈਂ ਵੱਡਾ, ਮੇਰੇ ਨਾਲ ਦਾ ਕੋਈ ਨਹੀਂ ਹੈ। ਕਹਿੰਦੇ ਇਹਦੀ ਗਿਣਤੀ ਹੀ ਨਹੀਂ ਹੋਈ। जैसे माला मेल कोयत सब ऊपर कह, सिमरन संख्या मैं ना आवत बढ़ाई कह। कहते वो किसी गिणती च नहीं आया। ते भाई गुरदास साहब कहते पंछियां दे विच जिहड़ी तील है, इल, वो सब तो उच्ची उड़ती है। ते भाई गुरदास साहब कहते उच्ची उड्डण नूं की करिए, जदों थल्ले निगाह मारदी है उदों वेखदी है मरिया हुआ पशु किथे पिया। जैसे चील पंछियों में उड़त आकाश चारी, फेरे मिर्च पिंजरन उच्चा मत पाई कै। कहते इन्ना उच्चे उड़ती है भी साडियां अखां उस इल नूं वेख नहीं सकदियां, इन्ना उच्चे उड़ती है। पर इल उपरों मरिया हुआ पशु वेखदी है, निगाह तेज आउंदी। पर कहते उन्होंने की करिए भाई, ਉੱਚਾ ਤੇ ਉੱਡੀ, ਪਰ ਕਹਿੰਦੇ ਵੇਖਿਆ ਤੇ ਮਾੜਾ ਹੀ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਸਿੰਬਲ ਦਾ ਦਰਖਤ ਹੁੰਦਾ ਹੈ, ਉਹਨੂੰ ਉੱਚਾ ਉੱਡਣ ਨੂੰ ਕੀ ਕਰੀਏ, ਫਲ ਉਹਦਾ ਕੰਮ ਨਹੀਂ ਆਉਂਦਾ, ਪੱਤੇ ਉਹਦੇ ਕੰਮ ਨਹੀਂ ਆਉਂਦੇ। ਤੇ ਆਸਾ ਦੀ ਬਾਤ ਦੇ ਵਿੱਚ ਵੀ ਪੜਿਆ ਜਾਂਦਾ ਹੈ, ਸਿੰਬਲ ਰੂਪ ਸਰਾਇ ਰਾਤ ਦੀਰਘ ਮੁੱਚ ਹੋਏ ਦੇ ਆਵੇ ਆਸ ਕਰ ਜਾਹੀ ਨਰਾਸੇ ਕਿਤ, ਫਲ ਫਿੱਕੇ ਫੁੱਲ ਵਕ ਵਕੇ ਕੰਮ ਲਿਆ ਵੇ ਹੱਥ, ਮਿੱਠਕ ਨੀਵੀ ਨਾਨਕਾ ਗੁਣ ਚੰਗਿਆਈਆਂ। ਕਹਿੰਦੇ ਗੁਣਾਂ ਦੇ ਧਾਰਨੀ ਬਣੋ, ਗੁਣ ਇਕੱਠੇ ਕਰੋ, ਇੱਕ ਇੱਕ ਕਰਕੇ ਗੁਣਾਂ ਦਾ ਸੰਗ੍ਰਹਿ ਇਕੱਠਾ ਕਰ ਲਓ। ਪਰ ਅਸੀਂ ਗੁਣ ਜੇ ਸਾਡੇ ਕੋਲ ਹੈ ਨੇ, ਇੱਕ ਇੱਕ ਕਰਕੇ ਅਸੀਂ ਉਹਨਾਂ ਨੂੰ ਛੱਡਦੇ ਜਾ ਰਹੇ ਹਾਂ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਜੀ। ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ, ਆਓ ਆਨੰਦ ਸਾਹਿਬ ਦਾ ਪਾਠ, ਫਿਰ ਅਰਦਾਸ, ਫਿਰ ਹੁਕਮਨਾਮਾ ਸਾਹਿਬ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੈ ਭਾਈ, ਫਿਰ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਭਾਈਏ। ਇਹਨਾਂ ਜਾਣ ਦੀ ਕੋਈ ਖੇਚਲਾ ਨਾ ਕਰੇ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੇ ਭਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਰਨ ਸੇਤੀ। ਮਨਵਤੀਆਂ ਬਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆ ਸ਼ਬਦ ਉਤਰ
राम हरि मेरा मन जिनी बसाया, कह नानक आनंद होआ सतगुरु मैं पाया। हे मन मेरिया तू सदा रहो हर नाले, हर नाल रहो तू मन मेरे, दुख सनद सारन अंगीकार हो करे मेरा, कारज सब सवारना सबन गल्लां समरथ स्वामी, सो क्यों मनो विसारे। कह नानक मन मेरे सदा रहो हर नाले, साचे साहिबा क्या नाई कर मेरा, करता तेरा सब किछ है जिसदे सो भावै, सदा सिद्ध सलाह तेरी नाम मन वसावै, नाम जिन कै मन वसिया वाजे शब्द कनेरी। कह नानक सच्चे साहिब क्या नाई कर मेरा, साचा नाम मेरा आधारो, सच नाम आधार मेरा, जिन भुखा सब गवाइया कर शांत सुख मन आए वसिया, जिन इच्छा सब बुझाइया सदा कुर्बान किता गुरु बिटो, जिसनिया बड़ियाइया। कह नानक सुनो संतो शब्द धरो प्यारो, सच्चा नाम मेरा आधार बाजे पंत शब्द नित कर संभागै, कर संभागै शब्द बाजे कला जित कर तारिया। पंज दूत तुद वस कीते गाल कंटक मारिया, तुर कर्म पाया तुर जन पाओ, से नाम मार कै लागे। कह नानक तै संभोआ तित कर आनंद बाजे, आनंद सुनो मन भागी हो सगल मनोरथ पूरे। पार ब्रह्म प्रभ पाया फिर सगल विसोरे, दुख रोग संता बिरते सुर शक्ति बाणी, संतो साजिद ते सरसे पूरे भुले जानी। सोते गुरीत कहते बदित सतगुर रहया भरपूरे, बिनवत नानक गुर चरण लागे वाजे अनाद तूरे। सोते गुरीत कहते बदित सतगुर रहया भरपूरे, बिनवत नानक गुर चरण लागे वाजे अनाद तूरे। सरोग पवन गुरु बाणी पिता, दिवस रात गुरदाई गाया, चंगियाइयां बुराइयां करनी आपो अपनी, जिन्नी नाम प्याया नानक ते मुख उजले, जिन्नी नाम प्याया नानक ते मुख उजले। कीती छुट्टी नार, वाहिगुरू जी का खालसा वाहिगुरू जी की फतेह। तू ठाकुर तुम कोई न जाने तुमरा अंत उचित, ऊंचा भगवंत सगल समगरे तुमरै सुतुर तारे। तुम ते होए सो आज्ञाकारे, तुमरे गत बित तुम ही जाने। नानक दास सदा कुर्बानी, तुम आज्ञा
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਮੇਰੇ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਸਬਦ ਉਪਜਾਇ। ਏਕ ਬਹਾਦਰ ਸਿਮਰਿਐ ਘਰ ਨਾਨਕ ਤੇ ਆਵੈ ਧਾਰੇ ਸਭ ਖਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਇ। ਦਸਾਈ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦੀਦਾਰ ਦਾ ਧਿਆਨ ਕਰਕੇ ਬੋਲੋ ਦੇ ਵਾਹਿਗੁਰੂ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਾਜਕੇ ਨਿਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੀਆਂ, 8 ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਏ, ਦੇਖ ਸੁਣ ਕੇ ਅਣਗਿਠ ਕੀਤਾ, ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਸਾਹਿਬ ਬੋਲੋ ਦੇ ਸ੍ਰੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਹੇਤ ਸੀਸ ਦਿੱਤੇ, ਬੰਦ ਕਟਵਾਏ, ਉਪਰੀਆਂ ਦੁਆਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਲਵਾਏ ਗਏ, ਉਪਰਦੀਆਂ ਦੇਗਾਂ ਵਿੱਚੋਂ ਬਾਰੇ ਖਾਧੇ, ਉੱਠੀਆਂ ਖੱਲਾਂ ਦੁਆਈਆਂ, ਮਾਸੂਮ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਵਿੱਚ ਹਾਰ ਪਵਾਏ, ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ, ਧਰਮ ਨੇ ਨਿਹਾਰਿਆ, ਸਿੱਖੀ ਕੇਸਾਂ ਸਾਸਾਂ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਸਾਹਿਬ ਬੋਲੋ ਦੇ ਸ੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਖਾਲਸਾ ਜੀ ਸਾਹਿਬ ਬੋਲੋ ਦੇ ਸ੍ਰੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸਿਆਰੇ ਆਏ। ਤੇਗ ਤੇਗ ਫਤਿਹ ਨਿਰਜ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਗੁਰੂ ਖਾਲਸਾ ਜੀ ਕੇ ਬੋਲ ਬਾਤੇ ਬੋਲੋ ਦੇ ਸ੍ਰੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਧੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਗੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ। ਗੁਰੂ ਖਾਲਸਾ ਜੀ ਕੇ ਬੋਲ ਬਾਤੇ ਬੋਲੋ ਦੇ ਸ੍ਰੀ ਵਾਹਿਗੁਰੂ। ਸਿੱਖਾਂ ਦਾ ਮਰਨੀਨਾ ਮਤ ਉੱਤੇ ਮਤ ਪੱਕ ਕੇ ਰੱਖਿਆ ਵੇ ਗੁਰੇ ਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜਿਓ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਪੰਜ ਪਿਆਲੇ ਪੰਜ ਪੇਰ, ਛਠਮ ਪੀਰ ਵੇਖਾ ਗੁਰ ਭਾਰੇ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੁਰ ਵਿੱਚ ਸਵਾਰੇ। ਜੰਨੀ ਪੀੜੀ ਸੋਭੀਆਂ, ਰੂਪ ਦਿਖਾਵਨ ਵਾਰੂ ਵਾਰੇ। ਦਲ ਭੱਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੇ। ਐਸੇ ਮਹਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ। ਅੱਜ ਦੇ ਦਿਨ ਗੁਰੂ ਕੀ ਵਡਾਰੀ ਵਿਖੇ ਧੰਨ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਧੰਨ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਤਿੰਨਾਂ ਸਤਿਗੁਰਾਂ ਦਾ ਅਵਤਾਰ ਗੁਰਪੁਰਬ ਬੇਅੰਤ ਸੰਗਤਾਂ ਮਨਾ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਹੋਏ ਨਿਵਾਰਿਆਂ ਦੇ ਵਾਰ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਰ, ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ। ਆਪ ਜੀ
चले हुए कदम लेके भी चलाने सच्चे पातशाह जीओ गुरु हरगोबिंद साहब महाराज जी के प्रकाश पुरब ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਕੀਤੀ ਆ। ਪ੍ਰਵਾਨ ਕਰੋ ਦਰਵਾਜ਼ਿਆਂ ਦਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਜੋ ਜੀ ਸਕੇ ਮੁਖੋਂ ਸਤਿਨਾਮ ਵਾਹਿਗੁਰੂ ਦਾ ਜਾਪ ਜਪੇ ਸੱਚੇ ਪਾਤਸ਼ਾਹ ਜੀਓ। ਬਾਣੀ ਪੜ੍ਹਦਿਆਂ ਕਰੋ ਅਰਦਾਸਾਂ ਕਰਦਿਆਂ ਕਰੋ। ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਉਹਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਲੈ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਬਾਣਿਓ ਜੋ ਪ੍ਰਭ ਗੁਰੂ ਨਿਰਭਉ ਹੈ। ਰਾਜ ਕਰੇਗਾ ਖਾਲਸਾ ਵਾਹਿਗੁਰੂ ਸਭ ਮਿਲੇਗੇ। ਵਾਹਿਗੁਰੂ ਨਾਮ ਜਹਾਨ ਹੈ ਜੋ ਸ਼ਬਦਾ ਕਰ ਸੇਵਦੇ। ਜੋ ਸ਼ਬਦਾ ਕਰ ਸੇਵਦੇ ਗੁਰ ਬਾਰ ਬਾਰ ਮਿਲੇ ਸੋਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਗੁਰੂ ਹੈ ਵਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਾ ਸੇਵਕ ਮੰਨੈ। ਹਰ ਤਕ ਗੁਰੂ ਨਿਸਤਾਰੇ। ਸਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵਈ ਅਗਣਤ ਪਰੇ ਭੰਡਾਰ। ਸਕੋ ਟਲ ਗੁਰ ਸੇਵਿਆ ਅਨਸ ਸਹਜ ਸਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ। ਹੋਵੈ ਸਿਹਤ ਕਸਮਦੇ ਸੂਰਿਆ ਸੋ ਪੁਰਸੋ ਚਟਿਆ। ਕੁਦਰਤ ਸੱਚੇ ਪਾਤਸ਼ਾਹ ਮਰ ਜਨਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੀਜਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੇਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਦਇਆਲ ਨਾਮ ਦਿਓ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੇਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਦਇਆਲ ਨਾਮ ਦਿਓ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਓ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਮਿਟੋ ਕਰਨ ਕਾਰਨ ਸਭਨਾ ਕਾਇ ਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਵੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਓ ਦਇਆਲ ਦਰਸ਼ਨ ਦੇਹੁ ਆਪਣਾ ਐਸੇ ਬਖਸ਼ ਕਰੀਜੈ ਪਨਤ ਨਾਨਕ ਪਰਮ ਪਟ ਭੁਲੇ ਗੁਰ ਪ੍ਰਸਾਦਿ ਜਾਣਿਆ ਸਾਚ ਲਿਵ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮੰਨਿਆ ਪਰਤ ਨਾਨਕ ਪਰਮ ਪਟ ਭੁਲੇ ਗੁਰ ਪ੍ਰਸਾਦਿ ਜਾਣਿਆ ਸਾਚ ਲਿਵ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ